ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਨਵਜੋਤ ਸਿੱਧੂ ਕਾਂਗਰਸ ਅਤੇ ਜਵਾਬਦੇਹੀ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਜੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰਧਾਨਗੀ ਤੋਂ ਬਾਅਦ ਜਿਹੜਾ ਪਹਿਲੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਲੰਘੇ ਦਿਨ ਕੀਤੀ ਗਈ ਹੈ, ਜਿਸ 'ਚ ਉਹ ਖੇਤੀ ਕਾਨੂੰਨਾਂ ਬਾਰੇ ਜਿਹੜੇ ਗੱਲਬਾਤ ਕਰਦੇ ਦਿਖਾਈ ਦਿੱਤੇ ਤੇ ਇਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਬਾਦਲਾਂ 'ਤੇ ਬਹੁਤ ਤਵਾ ਲਾਇਆ। ਪਰ ਜਦੋਂ ਮੀਡੀਆ ਨਵਜੋਤ ਸਿੱਧੂ ਤੋਂ ਸਵਾਲ ਪੁੱਛਣ ਲੱਗਾ ਤਾਂ ਸਵਾਲਾਂ ਦੇ ਜਿਹੜੇ ਹੈਗੇ ਆ ਬੁਛਾੜ ਦੇਖਦੇ ਆ, ਉਹ ਮੀਡੀਆ ਦੇ ਸਵਾਲਾਂ ਨੂੰ ਜਿਹੜਾ ਹੈਗਾ ਜਵਾਬ ਦਿੱਤੇ ਬਿਨਾਂ ਹੀ ਉੱਥੋਂ ਉੱਠ ਕੇ ਚਲੇ ਗਏ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਇੱਕ ਤਾਂ ਇਹ ਹੈ ਕਿ ਉਹ ਨਵਜੋਤ ਸਿੱਧੂ ਦੀ ਇਹ ਪਹਿਲੀ ਪ੍ਰੈਸ ਕਾਨਫਰੰਸ ਸੀ। ਨਾਰਮਲੀ ਕਿਉਂਕਿ ਪਬਲਿਕ ਦੇ ਵਿੱਚ ਜਾਣ ਲਈ ਕੋਸ਼ਿਸ਼ ਹੁੰਦੀ ਹੈ। ਪ੍ਰੈਸ ਕਾਨਫਰੰਸ ਦਾ ਤਾਂ ਸਿੱਧਾ ਮਤਲਬ ਇਹ ਹੁੰਦਾ ਕਿ ਤੁਸੀਂ ਆਪਣੀ ਗੱਲ ਕਹਿੰਦੇ ਹੋ ਅਤੇ ਜੋ ਲੋਕ ਸਵਾਲ ਕਰਨਾ ਚਾਹੁੰਦੇ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋ। ਵੈਸੇ ਤਾਂ ਸਾਡੇ ਰਟਨ ਹੁਣ ਇਹੋ ਜਿਹਾ ਹੋ ਗਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਸਾਲ ਤੋਂ ਲੈ ਕੇ ਕੋਈ ਕਾਨਫਰੰਸ ਹੀ ਨਹੀਂ ਕੀਤੀ, ਪ੍ਰੈਸ ਕਾਨਫਰੰਸ। ਉਹ ਕਹਿੰਦਾ ਆਪਣਾ ਕੰਮ ਚੱਲਦਾ, ਕੀ ਲੈਣਾ। ਮਤਲਬ ਡੈਮੋਕ੍ਰੇਸੀ 'ਚ ਤੁਸੀਂ ਜਵਾਬਦੇਹ ਨਹੀਂ ਹੋਣਾ ਚਾਹੁੰਦੇ, ਤੁਸੀਂ ਜੋ ਤੁਹਾਨੂੰ ਆਉਂਦਾ ਬਸ ਉਹ ਲੋਕਾਂ ਨੂੰ ਸੁੱਟ ਕੇ ਗਿਆਨ ਵੰਡ ਕੇ ਜੋ ਵੀ ਤੁਹਾਡੇ ਕੋਲ ਜਿਹੋ ਜਿਹਾ ਸਿਸਟਮ ਹੁੰਦਾ ਤੁਸੀਂ ਉਹਦੇ ਤੋਂ ਟਾਲਾ ਵੱਟਣਾ ਚਾਹੁੰਦੇ ਹੋ। ਦੂਜੀ ਗੱਲ, ਇਹ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿਸਾਨ ਅੰਦੋਲਨ ਨਾਲ ਸੰਬੰਧਿਤ ਨੇ ਜਾਂ ਬਾਕੀ ਦੀਆਂ ਚੀਜ਼ਾਂ ਚੱਲਦੀਆਂ ਨੇ। ਜਿਹੜੇ ਵੀ ਮੁੱਦੇ ਨਵਜੋਤ ਸਿੱਧੂ ਨੇ ਉਠਾਏ, ਮਤਲਬ ਇਹ ਉਠਾਇਆ ਇੱਕ ਤਾਂ ਕਿ ਕੰਟਰੈਕਟ ਫਾਰਮਿੰਗ ਐਕਟ ਜਿਹੜਾ ਹੈ ਉਹ ਅਕਾਲੀ ਦਲ ਨੇ ਪਹਿਲਾਂ ਹੀ ਬਣਾਇਆ ਸੀ, ਇਸ ਕਰਕੇ ਮਤਲਬ ਕੇਂਦਰ ਸਰਕਾਰ ਨੇ ਉਹ ਤੋਂ ਸੇਧ ਲਈ ਹੈ। ਉਹੀ ਅਸਲ 'ਚ ਐਕਟ ਦਾ ਆਧਾਰ ਬਣੇ। ਅਕਾਲੀ ਦਲ ਅਤੇ ਬੀਜੇਪੀ ਨੇ ਮਿਲ ਕੇ ਅਤੇ ਇਹ ਐਲੀਗੇਸ਼ਨ ਪਹਿਲਾਂ ਵੀ ਲੱਗਦਾ ਅਤੇ ਅੱਜ ਵੀ ਲਾਇਆ ਗਿਆ ਜੀ। ਦੂਜਾ ਇੰਡੈਟਡਨੈਸ ਬਿੱਲ ਅਤੇ ਐਕਟ ਦੇ ਸਵਾਲ 'ਤੇ ਸੀ, ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਣੀ ਪਹਿਲਾਂ ਤੋਂ 2007 ਤੋਂ ਕਹਿੰਦੇ ਰਹੇ 16 'ਚ ਆ ਕੇ ਬਣਿਆ, ਉਹ ਵੀ ਇੰਪਲੀਮੈਂਟ ਨਹੀਂ ਹੋਇਆ। ਇਹ ਦੋ ਮੇਨ ਮੁੱਦੇ ਸੀ ਅਤੇ ਦੋਨਾਂ 'ਚ ਜਿਹੜੀ ਪ੍ਰੈਸ ਕਾਨਫਰੰਸ ਦੇ ਦੌਰਾਨ ਨਵਜੋਤ ਸਿੱਧੂ ਨੇ ਇਹ ਕਿਹਾ ਕਿ ਇਹਦੇ ਇਰਦ ਗਿਰਦ ਹੀ ਸਵਾਲ ਰੱਖਿਓ ਜੀ, ਇਹਦੋਂ ਬਾਹਰ ਨਾ ਜਾਓ, ਕਿਉਂਕਿ ਮੈਂ ਇਹ ਗੱਲ ਕੀਤੀ ਹੈ। ਪਹਿਲੀ ਗੱਲ, ਇਹਨਾਂ ਚੀਜ਼ਾਂ ਨੂੰ ਹੀ ਅੰਡਰਸਟੈਂਡ ਕਰਨ ਵਾਲਾ ਅਸਲ ਦੇ ਵਿੱਚ ਕੀ ਕੋਈ ਇਹੋ ਜਿਹੀ ਪਾਰਟੀ ਹੈ, ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਜੀ, ਜਿਹੜੀ ਕਾਰਪੋਰੇਟ ਵਿਕਾਸ ਦੇ ਮਾਡਲ ਨੂੰ ਚੁਣੌਤੀ ਦਿੰਦੀ ਹੈ, ਜਿਹੜੀ ਉਹਦੇ ਮੁਤਾਬਕ ਨਾ ਚੱਲਦੀ ਹੋਵੇ। ਇੱਕ ਗੱਲ ਤਾਂ ਮੋਟੇ ਤੌਰ 'ਤੇ ਸਮਝਣ ਵਾਲੀ ਹੈ ਲੋਕਾਂ ਲਈ ਕਿ ਸਾਡੇ ਕੋਲ ਫਿਲਹਾਲ ਇਹਨਾਂ ਤਿੰਨਾਂ ਪਾਰਟੀਆਂ ਦੇ ਵਿੱਚੋਂ ਕੋਈ ਪਾਰਟੀ ਇਹੋ ਜਿਹੀ ਨਹੀਂ ਹੈ। ਬੀਜੇਪੀ ਤਾਂ ਹੈਗੀ ਉਹ ਹੈ ਜਿਹੜੀ ਸੱਤਾ 'ਚ ਹੈ, ਉਹ ਤਾਂ ਕਾਰਪੋਰੇਟ ਮੁਤਾਬਕ ਚੱਲਦੀ ਹੈ, ਜਿਹੜੀ ਕਾਰਪੋਰੇਟ ਵਿਕਾਸ ਦੇ ਮਾਡਲ ਨੂੰ ਚੁਣੌਤੀ ਦੇ ਸਕਦੀ ਹੋਵੇ ਔਰ ਦਿੰਦੀ ਹੋਵੇ ਔਰ ਉਹਦੀ ਪ੍ਰੋਗਰਾਮ ਦਾ ਹਿੱਸਾ ਹੋਵੇ ਜੀ। ਠੀਕ ਹੈ। ਦੂਜੀ ਗੱਲ ਫਿਰ ਹੁਣ ਇੰਨੀ ਆਉਂਦੀ ਹੈ ਕਿ ਕਿੰਨਾ ਕੁ ਕੋਈ ਕਦਮ ਰੁਕ ਕੇ ਉਠਾਉਂਦਾ ਹੈ, ਕਿੰਨਾ ਕੋਈ ਖੁੱਲ੍ਹੇਆਮ ਉਠਾ ਰਿਹਾ। ਬੀਜੇਪੀ ਨੇ ਜਿਵੇਂ ਕਹਿੰਦੇ ਨੇ ਲੋਈ ਲਾਤੀ ਹੈ ਅਤੇ ਉਹ ਬਿਨਾਂ ਕਿਸੇ ਦੀ ਸੁਣੇ ਉਵੇਂ ਗੱਲ ਕਰ ਰਹੀ ਹੈ ਅਤੇ ਬਾਕੀ ਦੀਆਂ ਨੇ। ਹੁਣ ਇਹਨਾਂ ਬਿੱਲਾਂ ਦੇ ਵਿੱਚ ਦੋ ਗੱਲਾਂ ਆਉਂਦੀਆਂ ਨੇ। ਨਵਜੋਤ ਸਿੰਘ ਸਿੱਧੂ ਤੋਂ ਵੀ ਸਵਾਲ ਪੁੱਛਦੇ ਨੇ ਲੋਕ। ਪਹਿਲਾ ਸਵਾਲ ਇਹ ਪੁੱਛਦੇ ਨੇ ਕਿ ਜੇਕਰ ਤੁਸੀਂ ਅਕਾਲੀ ਦਲ ਦੇ ਕੰਟਰੈਕਟ ਫਾਰਮਿੰਗ ਐਕਟ ਬਿਲਕੁਲ ਉਹ ਨਿੱਜੀਕਰਨ ਵੱਲ ਜਾਣ ਦਾ ਇੱਕ ਕਦਮ ਹੈ, ਬਿਲਕੁਲ ਉਹ ਮਤਲਬ ਇਹੋ ਜਿਹਾ ਹੀ ਕਦਮ ਹੈ ਜਿਹੜਾ ਕਾਰਪੋਰੇਟ ਨੂੰ ਸੱਦਾ ਦੇਣ ਦੀ ਇੱਕ ਗੱਲ ਹੈ, ਪਰ ਉਹਦੇ 'ਤੇ ਕੇਂਦਰੀ ਇੱਕ ਅਲੱਗ ਇਸ਼ੂ ਹੈ ਕਿ ਉਹਦੇ 'ਤੇ ਕੇਂਦਰੀ ਕਾਨੂੰਨ ਦੇ ਵਿੱਚ ਵੀ ਡਿਫਰੈਂਸ ਨੇ, ਫਰਕ ਨੇ। ਪੰਜਾਬੀ ਟ੍ਰਿਬਿਊਨ 'ਚ 5 ਅਕਤੂਬਰ ਨੂੰ ਇੱਕ ਪੈਰਲਲ ਉਹਦਾ ਦੋਨਾਂ ਦਾ ਮੁਕਾਬਲਾ ਕਰਕੇ ਵੀ ਛਪਿਆ ਹੋਇਆ ਇੱਕ ਆਰਟੀਕਲ ਹੈ ਜੀ, ਔਰ ਉਹ ਇਹ ਹੈ ਕਿ 2013 ਦੇ ਮਾਮਲੇ 'ਚ ਉਹਨਾਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਤੁਹਾਡੀ ਧਰਮ ਪਤਨੀ ਚੀਫ ਪਾਰਲੀਮੈਂਟਰੀ ਸੈਕਟਰੀ ਸੀਗੇ ਉਦੋਂ ਉਸੇ ਗੌਰਮੈਂਟ, ਜਿਵੇਂ ਹਰਸਿਮਰਤ ਕੌਰ ਉੱਥੇ ਕੈਬਨਿਟ ਦੇ ਵਿੱਚ ਮਿਨਿਸਟਰ ਸੀ, ਉਹਦੇ 'ਤੇ ਕਿਤੇ ਵੀ ਕੋਈ ਇਤਰਾਜ਼ ਉੱਠਿਆ ਜਾਂ ਉਹਨਾਂ ਨੇ ਉਠਾਇਆ, ਉਹ ਕੈਬਨਿਟ 'ਚ ਭਾਵੇਂ ਨਹੀਂ ਹੁੰਦੇ ਪਰ ਉਹਦੀ ਟੈਨਿਓਰ ਦੇ ਦੌਰਾਨ। ਦੂਜੀ ਗੱਲ, ਨਵਜੋਤ ਸਿੱਧੂ ਖੁਦ ਵੀ ਰਾਜ ਸਭਾ ਮਤਲਬ ਸੰਸਦ ਸੀਗੇ ਅਤੇ ਕੀ ਉਹਨਾਂ ਨੇ ਕਦੇ ਕੋਈ ਉਹਦੇ 'ਤੇ ਸਵਾਲ ਉਠਾਇਆ ਉਸ ਪਾਲਿਸੀ ਦੇ ਉੱਤੇ? ਉਸ ਸਮੇਂ ਨਹੀਂ, ਉਸ ਪੱਧਰ 'ਤੇ ਉੱਠਿਆ। ਇੱਦੋਂ ਬਿਨਾਂ ਫਿਰ ਦੋ ਕਾਨੂੰਨ ਕਾਂਗਰਸ ਸਰਕਾਰ ਨੇ ਅਮੈਂਡ ਕੀਤੇ ਨੇ, ਜਿਹਨੂੰ ਅਕਾਲੀ ਦਲ ਇਹ ਕਹਿੰਦੇ ਰਹੇ ਕਿ ਜੀ ਉਹ ਦੂਜਾ 2017 'ਚ ਇਹ ਸੀ ਕਿ ਸਮੁੱਚੇ ਪੱਧਰ 'ਤੇ ਇੱਕੋ ਲਾਇਸੈਂਸ ਰਾਹੀਂ ਤੁਸੀਂ ਪ੍ਰਾਈਵੇਟ ਪਲੇਅਰ ਜਿਹੜੇ ਨੇ ਮੰਡੀ ਦੇ ਵਿੱਚ ਜਾ ਸਕਦੇ ਨੇ, ਆਪਣੀ ਮਰਜ਼ੀ ਦੇ ਮੁਤਾਬਕ ਹੀ ਕਰ ਸਕਦੇ ਨੇ ਜੀ। ਡਾਇਰੈਕਸ਼ਨ ਉਹੀ ਹੈ। ਔਰ ਇਹ ਸਾਰੇ ਮਾਮਲੇ ਦੇ ਵਿੱਚ ਇਹ ਗੱਲ ਕਲੀਅਰ ਕਰਨੀ ਪਏਗੀ ਕਿ ਦੋਨਾਂ 'ਚ ਫਿਰ ਵੀ ਕੀ ਫਰਕ ਹੈ ਜੀ। ਇੱਕ ਫਰਕ ਹੈ, ਇਹ ਦੋਨੋਂ ਤਰ੍ਹਾਂ ਦੇ ਐਕਟ, ਚਾਹੇ ਉਹ 2013 ਦਾ ਕੰਟਰੈਕਟ ਐਕਟ ਹੈ, ਚਾਹੇ ਉਹ 2005 ਦਾ ਐਕਟ ਜਿਹੜਾ APMC 'ਚ ਅਮੈਂਡਮੈਂਟ ਹੈ, ਚਾਹੇ ਉਹ 2017 ਦਾ ਐਕਟ ਹੈ ਜੀ। ਇਹ ਸੂਬੇ ਦੀ ਸਰਕਾਰ ਨੇ ਬਣਾਇਆ, ਇਹ ਤਾਂ ਪੂਰਾ ਸੂਬੇ ਦਾ ਹੱਕ ਹੈ, ਇਹ ਸੂਬਾ ਸਰਕਾਰ ਦਾ ਦਾਖਲ ਹੈ, ਚਾਹੇ ਟੈਕਸ ਲਾਉਣ ਦੇ ਮਾਮਲੇ 'ਚ ਹੋਵੇ, ਨਾ ਲਾਉਣ ਦੇ ਮਾਮਲੇ ਦੇ ਵਿੱਚ ਹੋਵੇ, ਚਾਹੇ ਰਜਿਸਟ੍ਰੇਸ਼ਨ ਦੇ ਮਾਮਲੇ 'ਚ ਹੋਵੇ, ਨਾ ਰਜਿਸਟਰ ਕਰਨ ਦੇ ਮਾਮਲੇ ਦੇ ਵਿੱਚ, ਡਿਫਰੈਂਟ ਟਾਈਪ ਦੀਆਂ ਚੀਜ਼ਾਂ ਨੇ ਜੀ। ਕੇਂਦਰ ਸਰਕਾਰ ਨੇ ਉਹ ਕਾਨੂੰਨ ਬਣਾਇਆ ਬਿਲਕੁਲ ਗੈਰ ਸੰਵਿਧਾਨਕ
ਜਿਹਦੇ 'ਚ ਖੇਤੀ ਕਿਉਂਕਿ ਸਟੇਟ ਸਬਜੈਕਟ ਹੈ, ਕੇਂਦਰ ਬਣਾ ਹੀ ਨਹੀਂ ਸਕਦਾ। ਇਹਦੇ 'ਚ ਸੂਬਿਆਂ ਦਾ ਹੱਕ ਖੋਇਆ ਜਾ ਚੁੱਕਿਆ ਪੂਰੀ ਤਰ੍ਹਾਂ। ਇੱਕ ਤਾਂ ਇਹਦੇ ਤੇ ਕਿਸਾਨ ਅੰਦੋਲਨ ਦੀ ਲੜਾਈ ਹੈ ਕਿ ਇਹ ਫੈਡਰਲਿਜ਼ਮ ਦਾ ਕੁਐਸਚਨ ਹੈ ਜਿਹਦੇ ਤੇ ਗੱਲ ਕਰਨੀ ਚਾਹੀਦੀ ਹੈ। ਦੂਜਾ ਜਿਹੜਾ ਸਵਾਲ ਇੱਕ ਉੱਠਦਾ ਹੈ ਇੰਡੈਟਡਨੈਸ ਕਰਾਉਣ ਦਾ, ਉਹ ਵੀ ਡਰਾਫਟ ਬਣਿਆ ਪਿਆ ਸੀ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ 2006 ਦੇ ਵਿੱਚ ਪਹਿਲਾ ਡਰਾਫਟ ਬਣਿਆ। ਉਹ ਡਰਾਫਟ ਚੰਗਾ ਬਣਿਆ ਸੀ ਇਸ ਐਂਗਲ ਤੋਂ ਕਿਉਂਕਿ ਉਹ ਜਿਹੜਾ 1934 ਦਾ ਸਰ ਛੋਟੂ ਰਾਮ ਵਾਲਾ ਐਕਟ ਕਿਹਾ ਜਾਂਦਾ, ਰੂਰਲ ਇੰਡੈਟਡਨੈਸ ਐਕਟ, ਉਹਦੀ ਤਰਜ਼ ਤੇ ਬਣਦਾ ਸੀ ਜੀ। ਉਹਦੀ ਤਰਜ਼ ਤੇ ਕਈ ਚੀਜ਼ਾਂ ਉਹਦੇ ਵਿੱਚ ਸ਼ਾਮਲ ਸੀਗੀਆਂ। ਉਹ ਤਰਜ਼ ਤੇ ਇਹ ਸੀ ਕਿ ਇੱਕ ਤਾਂ ਕਿਸੇ ਦੀ ਵੀ ਕਰਜ਼ਾ ਨਾ ਮੋੜ ਸਕਣ ਦੇ ਕਰਕੇ ਕੁਰਕੀ ਨਹੀਂ ਹੋਣੀ ਚਾਹੀਦੀ। ਇਹ ਗੱਲ ਲੋਕ ਤਵੱਕੋ ਰੱਖਦੇ ਸੀ ਕਿ ਉਹਦੇ 'ਚ ਇਹ ਹੋਣਾ ਚਾਹੀਦਾ ਜੀ। ਦੂਜੀ ਗੱਲ ਇਹ ਸੀ ਉਹਦੇ 'ਚ ਕਿ ਜਿਹਨੇ ਦੁੱਗਣਾ ਕਰਜ਼ਾ ਮੋੜਤਾ ਤਾਂ ਕਰਜ਼ਾ ਵਾਪਸ ਹੋਇਆ ਸਮਝਿਆ ਜਾਂਦਾ ਤੇ ਉਸ ਤੋਂ ਬਾਅਦ ਮਿਸਰਤ ਵਿਆਜ ਨਹੀਂ ਉੱਤੇ ਲੱਗਦਾ, ਵਿਆਜ ਤੇ ਵਿਆਜ ਉਹਦੇ ਤੇ ਨਹੀਂ ਲੱਗਦਾ। ਤੀਜੀ ਗੱਲ ਇਹ ਹੈ ਕਿ ਵਿਆਜ ਦੀ ਜਿਹੜੀ ਪਰਸੈਂਟੇਜ ਹੈ, ਕਿੰਨੇ ਪਰਸੈਂਟ ਵਿਆਜ ਹੋਏਗਾ, ਇਹ ਗਵਰਨਮੈਂਟ ਡਿਸਾਈਡ ਕਰੇਗੀ, ਪ੍ਰਾਈਵੇਟ ਪਲੇਅਰ ਜਾਂ ਆੜਤੀ ਜਾਂ ਬਾਕੀ ਦੇ ਲੋਕ ਨਹੀਂ ਕਰਨਗੇ। ਇਹ ਸਾਰੀਆਂ ਚੀਜ਼ਾਂ ਸੀ। ਇਹ ਅਮਰਿੰਦਰ ਸਿੰਘ ਦੀ ਉਹ ਪਹਿਲੀ ਗਵਰਨਮੈਂਟ ਤੇ ਵੀ ਆੜਤੀਆ ਪ੍ਰੈਸ਼ਰ ਬਣਿਆ ਤੇ ਕਿਸਾਨਾਂ ਦੀ ਨਹੀਂ ਸੁਣੀ ਗਈ ਤੇ ਉਹ ਡਰਾਫਟ ਦਾ ਡਰਾਫਟ ਰਹਿ ਗਿਆ ਜੀ। ਫਿਰ ਬਾਦਲ ਸਰਕਾਰ ਆਈ 2007 ਚ, ਉਹਨਾਂ ਨੇ ਕਿਹਾ ਅਸੀਂ ਕਰਾਂਗੇ। ਫਿਰ 2012 ਚ ਆਈ, ਉਹਨਾਂ ਨੇ ਕਿਹਾ ਅਸੀਂ ਕਰਾਂਗੇ, ਨਹੀਂ ਹੋਇਆ। 2016 ਚ ਇੱਕ ਲੂਲਾ ਲੰਗੜਾ ਬਿਨਾਂ ਵਿਦਾਊਟ ਟੀਥ ਜਿਹਨੂੰ ਕਹਿੰਦਾ, ਜਿਹਦੇ ਦੰਦ ਹੀ ਨਹੀਂ ਹੁੰਦੇ, ਇਹੋ ਜਿਹਾ ਇੱਕ ਕਾਨੂੰਨ ਬਣਾਇਆ ਜਿਹਦੀ ਗੱਲ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ। ਠੀਕ ਕੀਤੀ ਹੈ ਕਿ ਉਹ ਐਵੇਂ ਹੀ ਸੀ ਤੇ ਉਹਦੇ 'ਚ ਨਾ ਉਹ ਨਿਯਮ ਬਣੇ, ਨਾ ਉਹਦੇ ਆਧਾਰ ਤੇ ਕੋਈ ਕੰਮ ਹੋ ਸਕਿਆ, ਕੁਝ ਨਹੀਂ ਬਣਿਆ ਜੀ। ਪਰ ਕਾਂਗਰਸ ਦੀ ਸਰਕਾਰ ਨੇ ਐਸੇ ਜਿਹੜੇ ਮੈਨੀਫੈਸਟੋ ਸੀ 17 ਚ, ਉਹਦੇ 'ਚ ਕਿਹਾ ਕਿ ਉਸ ਐਕਟ ਦੇ ਅਸੀਂ ਮੁੜ ਨਜ਼ਰਸਾਨੀ ਕਰਾਂਗੇ, ਉਹਨੂੰ ਕਿਸਾਨਾਂ ਦੇ ਹੱਕ 'ਚ ਬਣਾਵਾਂਗੇ, ਉਹਦੇ 'ਚ ਸੋਧ ਕਰਾਂਗੇ ਜੀ। ਨਵਜੋਤ ਸਿੱਧੂ ਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ ਕਿ ਉਹ 4 ਮੈਂਬਰੀ ਕੈਬਨਿਟ ਸਬ ਕਮੇਟੀ ਦਾ ਮੈਂਬਰ ਸੀ ਖੁਦ ਜੀ, ਜਿਹਨੇ ਉਸ ਐਕਟ ਦੇ ਵਿੱਚ ਸੁਝਾਅ ਦੇਣੇ ਸੀ, ਉਸ ਐਕਟ ਦੇ ਵਿੱਚ ਸਾਰੀਆਂ ਚੀਜ਼ਾਂ ਕਰਨੀਆਂ ਸੀ। ਪਹਿਲੀ ਗੱਲ, ਪੰਜਾਬ ਦੇ ਲੋਕਾਂ ਸਾਹਮਣੇ ਉਹ ਕੈਬਨਿਟ ਸਬ ਕਮੇਟੀ ਦੀ ਰਿਪੋਰਟ ਰੱਖੋ, ਉਹ ਕੀ ਕਹਿਣਾ ਚਾਹੁੰਦੀ ਹੈ। ਦੂਜੀ ਗੱਲ, ਜਿਹੜੀ ਕਿ ਮੇਰੀ ਇਨਫੋਰਮੇਸ਼ਨ ਹੈ, ਉਹ ਕਮੇਟੀ ਕੁਝ ਨਹੀਂ ਕਹਿਣਾ ਚਾਹੁੰਦੀ, ਉਹਨੂੰ ਉਵੇਂ ਹੀ ਐਕਟ ਛੱਡਤਾ ਮਾਮੂਲੀ ਜੀ ਇੱਕ ਫੇਰ ਬਦਲ ਤੋਂ ਬਿਨਾਂ, ਤੇ ਉਹ ਇਹੋ ਜਿਹਾ ਐਕਟ ਡਿਫੰਕਟ ਹੁਣ ਪਿਆ ਹੋਇਆ। ਤਾਂ ਤੁਸੀਂ ਕਿਸ ਇਖਲਾਕ ਦੇ ਤੌਰ ਤੇ ਕਹਿੰਦੇ ਹੋ? ਇੱਥੇ ਸਾਰੇ ਰਲੇ ਮਿਲੇ ਨੇ ਇਸ ਮਾਮਲੇ ਦੇ ਵਿੱਚ। ਅਸਲ ਦੇ ਵਿੱਚ ਜਿਹੜਾ ਕਿਸਾਨੀ ਨੂੰ ਪ੍ਰਾਈਵੇਟ ਕਰਜ਼ੇ ਤੋਂ ਮੁਕਤ ਕਰਨ ਦਾ ਕੁਐਸਚਨ ਹੈ ਜਾਂ ਉਹਦੇ ਸਾਹਮਣੇ ਖੜਾ ਕਰਨ ਦਾ ਕੁਐਸਚਨ ਹੈ, ਗੱਲੀ ਬਾਤੀ ਜੋ ਮਰਜ਼ੀ ਕਹੇ, ਅਕਾਲੀ ਕਹਿਣ, ਕਾਂਗਰਸੀ ਕਹਿਣ, ਜਿਹੜਾ ਵੀ ਮਰਜ਼ੀ ਕਹੇ, ਜਾਂ ਆਪ ਨੇ ਵੀ ਕੋਈ ਉਹਦੇ ਤੇ ਬਹੁਤ ਜ਼ਿਆਦਾ ਮੂਵਮੈਂਟ ਕੀਤੀ ਹੋਵੇ, ਇਹੋ ਜਿਹੀ ਨਹੀਂ ਹੈ। ਇਸ ਸਮੁੱਚੇ ਮਾਮਲੇ ਦੇ ਉੱਤੇ ਕਲੀਅਰ ਕੱਟ ਮਤਲਬ ਅਪਰੋਚ ਤੱਥਾਂ ਦੇ ਆਧਾਰ ਤੇ, ਜਿਹੜੀ ਬੈਕਗਰਾਊਂਡ 'ਚ ਤੁਹਾਡੇ ਤੇ ਜਿਹੜੀ ਪਰਸਨਲ ਜ਼ਿੰਮੇਵਾਰੀ ਵੀ ਆਉਂਦੀ ਹੈ, ਉਹ ਲੋਕਾਂ ਨੂੰ ਸਪਸ਼ਟ ਕਰਨਾ ਪਏਗਾ ਔਰ ਕਰਨਾ ਚਾਹੀਦਾ, ਤਾਂ ਤੁਹਾਡਾ ਮੋਰਲ ਗਰਾਊਂਡ ਸਭ ਦੇ ਸਾਹਮਣੇ ਆਏਗਾ ਜੀ। ਹਮੀਰ ਜੀ, ਪੰਜਾਬ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ 'ਚ ਅੰਦਰੂਨੀ ਕਾਟੋਕਲੇ ਜਿਹੜਾ ਹੈਗਾ ਲਗਾਤਾਰ ਵੱਧਦਾ ਜਾ ਰਿਹਾ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਮੀਡੀਆ ਦੇ ਸਵਾਲਾਂ ਤੋਂ ਜਿਹੜੇ ਭੱਜਦੇ ਦਿਖਾਈ ਦੇ ਰਹੇ ਨੇ, ਉਹ ਮੀਡੀਆ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹੋ ਰਹੇ। ਤੇ ਜੇਕਰ ਗੱਲ ਕਰੀਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ, ਉਹ ਕਿਸਾਨਾਂ ਨੂੰ ਜਿਹੜਾ ਹੈਗਾ ਆਪਣਾ ਸੰਘਰਸ਼ ਪੰਜਾਬ ਤੋਂ ਬਾਹਰ ਕਰਨ ਦੀ ਨਸੀਹਤਾਂ ਦੇ ਰਹੇ ਨੇ, ਅਪੀਲ ਕਰ ਰਹੇ ਨੇ। ਤੁਸੀਂ ਇਸ ਸਭ ਨੂੰ ਕਿਵੇਂ ਦੇਖਦੇ ਹੋ? ਅਸਲ ਦੇ ਵਿੱਚ ਪੰਜਾਬ ਸਰਕਾਰ ਦਾ ਜਿਹੜਾ ਤੁੱਕਾ ਲੱਗਿਆ ਥੋੜ੍ਹਾ ਬਹੁਤ ਠੀਕ ਆਉਂਦਾ ਜਾਂਦਾ ਕੰਮ। ਪਹਿਲਾਂ ਕੋਵਿਡ ਆ ਗਿਆ, ਫਿਰ ਖੇਤੀ ਕਾਨੂੰਨ ਆ ਗਏ, ਕਿਸਾਨਾਂ ਨੇ ਜਿਹੜੀ ਜਵਾਬਦੇਹੀ ਪੰਜਾਬ ਦੀ ਸਰਕਾਰ ਤੋਂ ਲੈਣੀ ਸੀ ਉਹ ਦਿੱਲੀ ਵੱਲ ਸ਼ਿਫਟ ਹੋ ਗਈ, ਦਿੱਲੀ ਚਲੇ ਗਏ। ਇੰਨਾ ਚਿਰ ਦਾ ਅੰਦੋਲਨ ਚੱਲਦਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਲੱਗਿਆ ਵੀ ਉਹ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦਾ ਸ਼ੇਰਾ ਵੀ ਆਪਣੇ ਆਪ ਲੈਣਾ ਚਾਹੁੰਦਾ ਕਿ ਇਸ ਲੈਵਲ ਤੇ ਉਹ ਕਹਿੰਦਾ ਵੀ ਅਸੀਂ ਕਿਸਾਨਾਂ ਦਾ ਰੁਖ ਦਿੱਲੀ ਵੱਲ ਨੂੰ ਕੀਤਾ ਉਦੋਂ ਜਦੋਂ ਆਇਆ ਵੀ ਤੁਸੀਂ ਦਿੱਲੀ ਦੇ ਨਾਲ ਲੜੋ, ਅਸੀਂ ਤੁਹਾਡੀ ਸਪੋਰਟ ਕਰਦੇ ਹਾਂ। ਔਰ ਪਹਿਲ ਕਦਮੀ ਇੰਨੀ ਕੁ ਕੀਤੀ ਵੀ ਸਾਰੀਆਂ ਪਾਰਟੀਆਂ ਨੇ ਕਿ ਵਿਧਾਨ ਸਭਾ ਦਾ ਸੈਸ਼ਨ ਹੋਇਆ, ਉਹਦੇ 'ਚ ਮਤਾ ਪਾਸ ਹੋਇਆ, ਆਲ ਪਾਰਟੀ ਮੀਟਿੰਗ ਹੋਈ ਜਾਂ ਬਾਕੀ ਚੀਜ਼ਾਂ ਜਿੰਨੀਆਂ ਕੀਤੀਆਂ ਨੇ। ਪਰ ਬੇਸਿਕਲੀ ਕੋਈ ਇਹਨਾਂ ਤੇ ਪਾਲਿਸੀ ਲੈਵਲ ਦੇ ਖਿਲਾਫ ਨੇ ਜਾਂ ਬਾਕੀ ਦੀਆਂ ਚੀਜ਼ਾਂ ਨੇ, ਇਹ ਨਹੀਂ ਹੈ ਮਤਲਬ ਹੋਇਆ ਅਜੇ ਤੱਕ। ਔਰ ਜਿਹੜਾ ਇਹ ਕਹਿਣਾ ਸੀ ਇਹਦਾ ਵਿਰੋਧ ਸਭ ਦੇ ਸਾਹਮਣੇ ਹੋਇਆ ਹੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ, ਉਹ ਕਹਿੰਦੇ ਜੀ ਇਹਨੂੰ ਸਿਆਸਤ ਨਾਲ ਪ੍ਰੇਰਿਤ ਹੈ, ਜੇ ਉਹ ਜੋ ਮਰਜ਼ੀ ਕਹਿਣ, ਪਰ ਨੀਅਤ ਇਹੀ ਹੈ ਕਿ ਸਾਨੂੰ ਸਾਫ ਸੁਥਰੇ ਢੰਗ ਨਾਲ ਇਹ ਕਰਨ ਦਿਓ। ਕਿਤੇ ਖਾਮ ਖਿਆਲੀ ਹੋ ਗਈ ਹੈ ਕਿ ਅਸੀਂ ਸਰਕਾਰ ਦੁਆਰਾ ਬਣਾਉਣ ਜਾ ਰਹੇ ਹਾਂ ਬਿਨਾਂ ਗੱਲ ਤੋਂ, ਸਾਡੇ ਤਾਂ ਕਿਸਾਨ ਅਜੇ ਆ ਨਹੀਂ ਰਹੇ। ਔਰ ਜੇ ਉੱਥੇ ਸਮਝੌਤਾ ਅਕਤੂਬਰ 'ਚ ਵੀ ਨਿਬੜ ਜਾਂਦਾ, ਕਈ ਜਥੇਬੰਦੀਆਂ ਇਹ ਕਹਿ ਚੁੱਕੀਆਂ ਨੇ ਕਿ ਪਿੰਡ ਨੂੰ ਨਹੀਂ ਜਾਵਾਂਗੇ, ਅਸੀਂ ਚੰਡੀਗੜ੍ਹ ਜਾਵਾਂਗੇ। ਕੈਪਟਨ ਸਾਹਿਬ ਤੋਂ ਵੀ ਪੁੱਛਣਾ ਕਿ ਜਿਹੜੇ ਵਾਅਦੇ ਉਹਨਾਂ ਨੇ ਵੀ ਕੀਤੇ ਨੇ, ਜਿਹੜੀਆਂ ਗੱਲਾਂ ਉਹ ਕਰ ਰਹੇ ਨੇ, ਉਹਨਾਂ ਦਾ ਕੀ ਬਣਨਾ ਜੀ। ਦੂਜੀ ਗੱਲ, ਕਾਂਗਰਸ ਦੀ ਅੰਦਰੂਨੀ ਲੜਾਈ ਦਾ ਜਿਹੜਾ ਸਵਾਲ ਹੈ, ਇਹ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਿ ਅਮਰਿੰਦਰ ਸਿੰਘ ਨੇ ਕੀ ਕੀਤਾ ਇਤਕੀ 4.5 ਸਾਲਾਂ 'ਚ। ਇਹ ਤਾਂ ਕਾਂਗਰਸੀ ਹੀ ਕਹੀ ਜਾਂਦੇ ਨੇ ਹੁਣ ਤੱਕ।
ਬੇਅਦਬੀ ਦੇ ਮਾਮਲੇ 'ਚ ਸਾਰੇ ਕਈ ਮਿਨਿਸਟਰ ਕਹਿੰਦੇ ਰਹੇ ਨੇ ਤੇ ਨਵਜੋਤ ਸਿੰਘ ਸਿੱਧੂ ਖੁਦ ਕਹਿੰਦੇ ਰਹੇ ਨੇ ਵੀ ਤੁਸੀਂ ਕੁਝ ਨਹੀਂ ਕੀਤਾ, ਲੋਕਾਂ ਦੇ ਘੱਟਾ ਪਾਇਆ। ਇਸੇ ਤਰ੍ਹਾਂ ਜਿਹੜੀ ਨਸ਼ੇ ਦਾ ਮਾਮਲਾ ਹੈ ਬੜਾ ਵੱਡਾ, ਇਸ ਵਾਰ ਕਾਰਵਾਂ 'ਚ ਇੱਕ ਬਹੁਤ ਵੱਡੀ ਸਟੋਰੀ ਵੀ ਛਪੀ ਹੈ ਉਸੇ ਮਾਮਲੇ ਦੇ ਉੱਤੇ ਕਿ ਤੁਸੀਂ ਉਹ ਰਿਪੋਰਟਾਂ, ਚਾਹੇ ਹਰਪ੍ਰੀਤ ਸਿੱਧੂ ਦੀ ਰਿਪੋਰਟ ਹੈ, ਚਾਹੇ ਚਟੋਪਾਧਿਆ ਦੀ ਰਿਪੋਰਟ ਹੈ, ਉਹ ਸਾਰੀਆਂ ਰਿਪੋਰਟਾਂ ਬੰਦ ਰਖਾਤੀਆਂ ਹਾਈ ਕੋਰਟ ਦੇ ਵਿੱਚ ਕਰਕੇ। ਤੁਸੀਂ ਉਹ ਨਸਰ ਨਹੀਂ ਕਰ ਰਹੇ ਅਜੇ ਤੱਕ ਕੌਣ ਨੇ ਉਹਦੇ 'ਚ ਜ਼ਿੰਮੇਵਾਰ, ਕੌਣ ਨਹੀਂ ਹੈ, ਅਤੇ ਉਹ 'ਤੇ ਕੋਈ ਕਾਰਵਾਈ ਨਹੀਂ ਤੁਸੀਂ ਕਰ ਰਹੇ। ਘਰ ਘਰ ਰੁਜ਼ਗਾਰ ਦਾ ਜੋ ਜਲੂਸ ਨਿਕਲ ਰਿਹਾ ਸਾਰਿਆਂ ਦੇ ਸਾਹਮਣੇ, ਉਹ ਸਭ ਦੇ ਸਾਹਮਣੇ ਦਿਖਾਈ ਦੇ ਰਿਹਾ। ਬਾਕੀ ਦੇ ਵੀ ਜਿੰਨੇ ਮੁੱਦੇ ਜਿਹੜੇ ਤੁਸੀਂ ਵੈਸੇ ਹੀ ਕਹੀ ਜਾਂਦੇ ਹੋ ਅਸੀਂ ਪੂਰੇ ਕਰਤੇ। ਕਿਸਾਨੀ ਦਾ ਕਰਜ਼ੇ ਦਾ ਜਿਹੜਾ ਸਵਾਲ ਹੈ ਵੱਡਾ ਸਵਾਲ ਹੈ, ਔਰ ਇੰਨਾ ਲੱਖਾਂ ਕਰੋੜ ਦਾ ਕਰਜ਼ਾ ਹੈ ਜਿਹੜਾ ਉਹ ਕੇਵਲ 4600 ਕਰੋੜ ਜਾਂ 5000 ਕਰੋੜ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਮਤਲਬ ਤੁਹਾਡਾ ਮੂੰਹ ਪੋਚਤਾ ਤੇ ਸਾਫ਼ ਕਰਤਾ, ਇਸੇ ਗੱਲ ਨਾਲ ਸਹਿਮਤ ਹੋ ਜਾਓ ਤੇ ਤੁਹਾਡਾ ਚੱਲਦਾ ਕੰਮ। ਇਹ ਜਿਹੜੇ ਸਾਰੇ ਮੁੱਦੇ ਬੜੇ ਵੱਡੇ ਮੁੱਦੇ ਹੈਗੇ ਨੇ, ਔਰ ਦੂਜਿਆਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਤੁਸੀਂ ਆਪ ਹੀ ਆਪਣੀ ਪਾਰਟੀ 'ਚੋਂ ਹੀ ਕਹਿ ਰਹੇ ਹੋ ਤਾਂ ਤੁਹਾਨੂੰ ਮੰਨਣਾ ਪਏਗਾ ਉਸ ਗੱਲ। ਜਿੰਨਾ ਮਰਜ਼ੀ ਕੈਪਟਨ ਅਮਰਿੰਦਰ ਸਿੰਘ ਕਹੀ ਜਾਵੇ ਅਸੀਂ 99% ਵਾਅਦੇ ਪੂਰੇ ਕਰਤੇ, 98 ਕਰਤੇ, ਪਰ ਨਾਲ ਦੀ ਨਾਲ ਇੱਕ ਗੱਲ ਲੋਕ ਜੱਜ ਕਰ ਰਹੇ ਨੇ, ਦੇਖ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਤੋਂ ਜਦੋਂ ਇਹ ਸਵਾਲ ਪੁੱਛੇ ਗਏ ਅਮਰਿੰਦਰ ਸਿੰਘ ਦਾ ਜਿਹੜਾ ਕਿਸਾਨਾਂ ਬਾਰੇ ਸੀ, ਤੇ ਉਹਨਾਂ ਨੇ ਨੋ ਕਮੈਂਟ ਤੇ ਇਹੀ ਕਿਹਾ ਕਿ ਮੈਂ ਨਹੀਂ ਕਰਨਾ। ਪਿਛਲੇ ਦਿਨਾਂ ਤੋਂ ਜਿਹੜੇ ਬਾਗੀਆਨਾ ਅਪਰੋਚ ਦੇ ਤੌਰ ਤੇ ਜਾਣੇ ਜਾਂਦੇ ਨਵਜੋਤ ਸਿੱਧੂ ਸੀ ਅਮਰਿੰਦਰ ਸਿੰਘ ਦੇ ਖਿਲਾਫ, ਅੱਜ ਕੱਲ੍ਹ ਮਤਲਬ ਉਸੇ ਲਾਈਨ 'ਚ ਆਏ ਲੱਗਦੇ ਨੇ ਕਿ ਉਹ ਕਿੰਨੇ ਵਾਰੀ ਜਿਹੜੀ ਚਿੱਠੀ ਲਿਖੀ ਅਮਰਿੰਦਰ ਸਿੰਘ ਨੂੰ, ਉਹਦੇ 'ਚ ਵੀ ਕੁਝ ਹੱਦ ਤੱਕ ਗੁਣਗਾਨ ਵੀ ਹੈ ਕਿ ਆਪਾਂ 10% ਖੇਤੀਬਾੜੀ ਦਾ ਬਜਟ ਰੱਖਿਆ ਹੈ, ਇੰਨਾ ਮਾਫ ਵੀ ਕਰਤਾ, ਹੋਰ ਥੋੜ੍ਹਾ ਜਿਹਾ ਕਰਨ ਦੀ ਲੋੜ ਹੈ, ਕਾਫੀ ਕੁਝ ਅਸੀਂ ਕਰ ਚੁੱਕੇ ਹਾਂ। ਇਹ ਉਹ ਸਿਆਸੀ ਅਪਰੋਚ ਹੈ ਜਿਹੜੀ ਸਟੇਜ 'ਤੇ ਜਾ ਕੇ ਗੱਲ ਸੀ। ਲੋਕ ਇਹ ਪਹਿਲਾਂ ਕਹਿੰਦੇ ਸੀ ਵੀ ਜਿਸ ਕੰਟਰਾਸਟ 'ਚ ਨਵਜੋਤ ਸਿੱਧੂ ਚੱਲ ਰਿਹਾ ਹੈ, ਕੱਲ੍ਹ ਨੂੰ ਸਟੇਜਾਂ 'ਤੇ ਜਾ ਕੇ ਜੇ ਇਹੀ ਕਰਨਾ ਤਾਂ ਵੋਟ ਕਿਵੇਂ ਮਿਲੇਗੀ। ਤਾਂ ਮੇਰਾ ਖਿਆਲ ਸਮਝ ਇਹ ਆਈ ਆ ਵੀ ਨਹੀਂ, ਆਪਣੀ ਸਰਕਾਰ ਦੇ ਪੱਖ 'ਚ ਵੀ ਗੁਣਗਾਨ ਕਰਨਾ ਪਊਗਾ ਜਾ ਕੇ, ਉਸ ਤੋਂ ਬਾਅਦ ਕੁਝ ਨਵੀਂ ਗੱਲ ਕਰਨੀ ਪਏਗੀ ਤਾਂ ਉਸ ਲੈਵਲ 'ਤੇ ਆਏਗਾ। ਇਹ ਸਵਾਲ ਹੈ, ਪਰ ਇੰਨੇ ਨਾਲ ਅਜੇ ਕੰਮ ਚੱਲ ਨਹੀਂ ਰਿਹਾ ਮੇਰਾ ਖਿਆਲ ਹੈ। ਅਮਰਿੰਦਰ ਸਿੰਘ ਨੇ ਜੋ ਅਪਰੋਚ ਅਪਣਾ ਲਈ ਹੈ, ਜੋ ਵੱਖ-ਵੱਖ ਟਾਈਪ ਦਾ ਜਿਹੜਾ ਪਹਿਲਾਂ ਵਾਲਾ ਹੱਲਾ ਸੀ ਉਹਨੂੰ ਉਹ ਰੋਕਣ 'ਚ ਕਾਮਯਾਬ ਰਿਹਾ ਇੱਕ ਤਰੀਕੇ ਦਾ। ਅਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਹੁਣ ਲੈਟਰ ਬੰਬ ਜਿਹਨੂੰ ਆਪਾਂ ਕਹਿੰਦੇ ਹਾਂ, ਚਿੱਠੀਆਂ ਜਿਹੜੀਆਂ ਦੁਬਾਰਾ ਸ਼ੁਰੂ ਕਈਆਂ ਨੇ ਕਿ ਵਿਧਾਨ MLA ਦੀ ਮੀਟਿੰਗ ਬੁਲਾਓ, ਮੀਟਿੰਗ ਬੁਲਾ ਕੇ ਫਿਰ ਇਹ ਪੁੱਛੋ 18 29 ਪ੍ਰੋਗਰਾਮ ਛੱਡਤਾ ਕੀ ਹੈ, ਇਹਦਾ ਕੋਈ ਉੱਥੇ ਉੱਪਰ ਨੋਟਿਸ ਲੈਂਦਾ ਨਹੀਂ ਲੈਂਦਾ, ਮੀਟਿੰਗ ਬੁਲਾਈ ਜਾਂਦੀ ਹੈ ਨਹੀਂ। ਪਰ ਇਹ ਗੱਲ ਜ਼ਰੂਰ ਹੈ ਕਿ ਕਾਂਗਰਸ ਦੇ ਅੰਦਰ ਸਭ ਅੱਛਾ ਨਹੀਂ ਹੈ। ਉਹ ਇੱਕ ਸਾਂਝੇ ਫੇਸ ਦੇ ਤੌਰ 'ਤੇ ਜਾ ਸਕੇਗੀ, ਚੋਣਾਂ 'ਚ ਨਹੀਂ ਜਾ ਸਕੇਗੀ, ਅਜੇ ਸਵਾਲੀਆ ਨਿਸ਼ਾਨ ਲੱਗਿਆ ਹੋਇਆ। ਔਰ ਚਿੱਠੀਆਂ ਦਾ ਜੋ ਹਾਲ ਹੋ ਰਿਹਾ ਪੂਰੇ ਕਾਂਗਰਸ ਦੇ ਵਿੱਚ ਉੱਪਰ, ਜਿਹੜੇ 23 ਵੱਡੇ ਲੀਡਰ, ਜਿਸ 4 ਸਾਬਕਾ ਚੀਫ ਮਿਨਿਸਟਰ ਸੀ, ਜਿਸ ਵਰਕਿੰਗ ਕਮੇਟੀ ਦੇ ਮੈਂਬਰ ਸੀ, ਜਿਹਦੇ ਸਭ ਤੋਂ ਵੱਡੇ ਲੀਡਰ ਜਿਨ੍ਹਾਂ ਨੇ ਚਿੱਠੀ ਲਿਖ ਕੇ ਕਾਂਗਰਸ ਹਾਈ ਕਮਾਂਡ ਨੂੰ ਇਹ ਕਿਹਾ ਕਿ ਸਾਨੂੰ ਰੈਗੂਲਰ ਪ੍ਰਧਾਨ ਚਾਹੀਦਾ, ਸਾਨੂੰ ਨੀਤੀ ਦੇ ਤੌਰ 'ਤੇ ਲਗਾਤਾਰ ਲੜਨਾ ਚਾਹੀਦਾ, ਉਹ ਚਿੱਠੀ ਠੰਡੇ ਬਸਤੇ 'ਚ ਪਈ ਨੂੰ ਕਿੰਨਾ ਚਿਰ ਹੋ ਚੁੱਕਿਆ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਲਈ ਹਾਈ ਕਮਾਂਡ ਦਾ ਜਿਹੜਾ ਕਲਚਰ ਹੈ ਉਹ ਕਲਚਰ ਇਹੋ ਜਿਹਾ ਹੀ ਹੈ ਜਿਹੜਾ ਆਪਣੀ ਤਾਕਤ ਬਣਾਉਂਦਾ ਹੈ, ਅਤੇ ਹੇਠਾਂ ਕਦੋਂ ਉਹ ਮਾਮਲਾ ਹੱਲ ਹੁੰਦਾ ਹੈ ਅਜੇ ਚੱਲਦਾ ਰਹਿੰਦਾ, ਲਟਕਦਾ ਰਹਿੰਦਾ ਹੈ। ਇਹ ਉਹਦੇ ਏਜੰਡੇ ਦਾ ਹਿੱਸਾ ਨਹੀਂ। ਇਸੇ ਕਰਕੇ ਪਾਰਟੀਆਂ ਦਾ ਹਾਲ ਇਹ ਹੋ ਰਿਹਾ, ਪਾਰਟੀਆਂ ਮਰ ਰਹੀਆਂ ਨੇ, ਔਰ ਉਹ ਅੰਦਰੂਨੀ ਲੜਾਈ ਜਿਹੜਾ ਨੁਕਸਾਨ ਕਰ ਹੀ ਰਹੀ ਹੈ ਕਾਂਗਰਸ ਦਾ। ਜੀ ਹਮੀਰ ਜੀ, ਪੰਜਾਬ ਵਿਧਾਨ ਸਭਾ ਚੋਣਾਂ ਨੂੰ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਅਤੇ ਕਾਂਗਰਸ ਪਾਰਟੀ ਨੇ ਇਲੈਕਸ਼ਨ ਮੈਨੀਫੈਸਟੋ ਬਣਾਉਣ ਲਈ ਜਿਹੜਾ ਹੈਗਾ ਲਾਲ ਸਿੰਘ ਦੀ ਅਗਵਾਈ 'ਚ ਇੱਕ ਕਮੇਟੀ ਬਣਾਈ ਹੈ। ਉਹ ਕਮੇਟੀ ਜਿਹੜੀ ਹੈਗੀ ਹੈ ਇਲੈਕਸ਼ਨ ਮੈਨੀਫੈਸਟੋ ਲਈ ਜਿਹੜੇ ਏਜੰਡੇ ਤੈਅ ਕਰ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਪੁਰਾਣੇ ਏਜੰਡੇ ਜਿਹੜੇ ਪਿਛਲੇ ਮੈਨੀਫੈਸਟੋ ਸੀਗੇ ਉਹ ਮੁੱਖ ਕੀ ਰਹੇ ਸੀ, ਜਾਂ ਇਸ ਵਾਰ ਕਿਹੜੇ ਏਜੰਡਿਆਂ ਦੀ ਭਾਲ ਕਰ ਰਹੀ ਹੈ ਕਮੇਟੀ? ਨਹੀਂ, ਜਦੋਂ ਉਹ ਵੀ ਜਿਹੜੇ ਕਿਵੇਂ ਲਾਗੂ ਕਰੀਏ ਵੱਖ-ਵੱਖ ਏਜੰਡੇ, ਅਸੀਂ ਕਮੇਟੀ ਇਸ ਲਈ ਬਣਾਈ ਹੈ। 6 ਮੈਂਬਰ ਹੋਰ ਲਾਲ ਸਿੰਘ ਦੀ ਅਗਵਾਈ ਦੇ ਵਿੱਚ, ਉਹ ਦੱਸਣਗੇ, ਗਾਈਡ ਕਰਿਆ ਕਰਨਗੇ। ਜਦੋਂ ਚੀਫ ਮਿਨਿਸਟਰ ਇਹ ਬਿਆਨ ਹੀ ਦੇ ਗਏ ਨੇ ਕਿ 98% ਅਸੀਂ ਪੂਰੇ ਕਰਤੇ, 99% ਹੀ ਹੋ ਗਏ, ਲਗਭਗ ਮਾੜਾ ਮੋਟਾ ਇੱਕ ਅੱਧਾ ਰਹਿੰਦਾ ਉਹ ਪੂਰਾ ਕਰਤਾ, ਕਮੇਟੀ ਕੀ ਕਰੋਗੇ? ਮੇਰਾ ਖਿਆਲ ਹੈ ਕਮੇਟੀ ਇੱਕ ਧਿਆਨ ਸ਼ਿਫਟ ਕਰਨ ਦਾ ਇੱਕ ਤਰੀਕਾ ਥੋੜ੍ਹਾ ਜਿਹਾ ਕਿ ਵੱਖ-ਵੱਖ ਤਰ੍ਹਾਂ ਜਿਹੜੇ ਦੂਜੇ 4 ਐਡਵਾਈਜ਼ਰ ਲਾਤੇ ਸੀ, ਮਤਲਬ ਐਡਵਾਈਜ਼ਰ ਲੱਗੇ ਜਾਂ ਉਹਦੇ ਤੋਂ ਬਿਨਾਂ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਲੱਗੇ ਨਵਜੋਤ ਸਿੱਧੂ ਦੇ ਨਾਲ, ਅਤੇ ਉਹਦੀ ਬਜਾਏ ਅਮਰਿੰਦਰ ਸਿੰਘ ਨੇ 4 ਚੱਕ ਕੇ ਹੋਰ ਆਪਣੇ ਸਲਾਹਕਾਰ ਲਾਤੇ ਕੰਮ ਕਰਨ ਲਈ। ਹੁਣ 6 ਮੈਂਬਰੀ 7 ਮੈਂਬਰੀ ਇਹ ਬਣਾਤੀ। ਇਹ ਸ਼ਾਇਦ ਇਹੋ ਜਿਹਾ ਇੱਕ ਮਿਲਗੋਭਾ ਅਤੇ ਉਲਝਣ ਭਰਪੂਰ ਫੈਸਲੇ ਨੇ ਜਿਹੜੇ ਫੈਸਲੇ ਮਤਲਬ ਨਾ ਲਾਗੂ ਕਰਨ ਦਾ ਇੱਕ ਤਰੀਕਾ ਹੁੰਦਾ ਕਿ ਲੋਕ ਕਹਿੰਦੇ ਨੇ ਅਮਰਿੰਦਰ ਸਿੰਘ ਨਹੀਂ ਮਿਲਦਾ, ਤਾਂ ਉਹਨਾਂ ਨੇ ਕਹਿਤਾ ਲਾਲ ਸਿੰਘ ਨੂੰ ਮਿਲ ਲਿਆ ਕਰੋ ਜਾਂ ਬਾਕੀ ਨੂੰ ਮਿਲ ਲਿਆ ਕਰੋ ਜਿਹਨੂੰ ਮਿਲਣਾ। ਇੱਕ ਕਮੇਟੀ ਬਣਾਈ ਸੀ ਕੋਆਰਡੀਨੇਸ਼ਨ ਕਮੇਟੀ, ਜਿਹਦੇ 'ਚ ਨਵਜੋਤ ਸਿੱਧੂ ਦੇ ਨਾਲ ਬਾਕੀ ਦੇ 4 ਬੰਦੇ ਵੀ ਸੀ ਅਤੇ ਅਮਰਿੰਦਰ ਸਿੰਘ ਹੱਟ ਦੇ ਕੁਛ ਮੰਤਰੀ ਵੀ ਸੀ। ਉਹ ਕਮੇਟੀ ਦੀ ਮੁੜ ਕੇ ਮੀਟਿੰਗ ਹੀ ਨਹੀਂ ਹੁੰਦੀ, ਅਤੇ ਇਸ ਲਈ ਕਾਰਗੁਜ਼ਾਰੀ ਦੇ ਵਿੱਚ ਸੁਧਾਰ ਉਸ ਪੱਧਰ ਦੇ ਉੱਚ ਨਹੀਂ ਦਿਖਾਈ ਦਿੰਦਾ। ਪਰ ਮੁੱਦੇ ਤਾਂ ਲੋਕਾਂ ਨੂੰ ਪਤਾ ਹੈ, ਜਿਹੜੇ ਸਾਰੇ ਲੋਕ ਲੜ ਰਹੇ ਨੇ, ਲੋਕ ਧਰਨੇ ਮੁਜ਼ਾਹਰੇ ਡੇਲੀ ਦਿਖਾਈ ਦੇ ਰਹੇ ਨੇ, ਰੁਜ਼ਗਾਰ ਵਾਲੇ ਰੁਜ਼ਗਾਰ ਲੱਭ ਰਹੇ ਨੇ,
ਔਰ ਕਿਸਾਨ ਕਰਜ਼ੇ ਮਾਫੀ ਦੀ ਗੱਲ ਕਰ ਰਹੇ ਨੇ, ਮਜ਼ਦੂਰ ਕਰਜ਼ੇ ਮਾਫੀ ਤੋਂ ਬਿਨਾਂ ਬਾਕੀ ਦੀਆਂ ਗੱਲਾਂ ਕਰ ਰਹੇ ਨੇ। ਜਿਹੜਾ ਕਾਨੂੰਨ ਦੇ ਵਿੱਚ ਵੀ ਗੱਲਾਂ ਦਰਜ ਨੇ ਉਹ ਵੀ ਨਹੀਂ ਹੋ ਪਾ ਰਹੀਆਂ। ਮਨਰੇਗਾ ਵਾਲੇ 100 ਦਿਨ ਦਾ ਰੁਜ਼ਗਾਰ ਮੰਗਣ ਦੇ ਲਈ ਵੀਡੀਓ ਸੁਨਾਮ ਦੇ ਕੋਲ ਪਰਸੋਂ ਦੇ ਬੰਦੇ ਗਏ ਨੇ, ਔਰ 4 ਪਿੰਡਾਂ ਦੇ ਬੰਦੇ, ਤੇ ਸੁਨਾਮ ਦਾ ਵੀਡੀਓ ਇਹ ਕਹਿ ਰਿਹਾ ਹੈ ਕਿ ਮੈਂ ਨਹੀਂ ਫੜਨਾ ਹੈ, ਸਰਪੰਚਾਂ ਕੋਲ ਜਾਓ। ਇਹ ਕਾਨੂੰਨ ਹੈ। ਜੇ ਤਾਂ ਕਾਨੂੰਨ ਇਹ ਕਹਿੰਦਾ ਕਿ ਵੀਡੀਓ ਇਹ ਕਹਿਣ ਦੀ ਹਿੰਮਤ ਰੱਖਦਾ ਹੈ, ਜੇ ਤੁਸੀਂ ਆਪਣੇ ਵਾਅਦੇ ਲਾਗੂ ਕਰਨੇ ਹੋਣ, ਰੁਜ਼ਗਾਰ ਲਾਗੂ ਕਰਨਾ ਹੋਵੇ, ਤਾਂ ਵੀਡੀਓ ਦੀ ਇਹ ਹਿੰਮਤ ਕਿਵੇਂ ਹੈ ਕਿ ਉਹ ਜਾ ਕੇ ਉਹਨਾਂ ਦੇ ਪਰਚੀ ਨਾ ਫੜੇ ਜਾਂ ਉਹਨਾਂ ਦੀ ਅਰਜ਼ੀ ਨਾ ਫੜੇ? ਇਹ ਬਹੁਤ ਵੱਡੇ ਕੁਐਸਚਨ ਨੇ ਹਜੇ ਤੁਹਾਡੇ ਪ੍ਰਸ਼ਾਸਨਿਕ, ਜਿਹੜੀ ਤੁਹਾਡੀ ਪ੍ਰਸ਼ਾਸਨਿਕ ਗ੍ਰਿਪ ਹੈ ਜਾਂ ਬੰਦਿਆਂ ਨੂੰ ਕੰਮ 'ਤੇ ਲਾਉਣਾ ਕਿ ਕਾਨੂੰਨ ਮੁਤਾਬਕ ਸਿੱਧੀ ਤਰ੍ਹਾਂ ਕੰਮ ਕਰਨਾ ਹੈ, ਉਹਦੇ 'ਤੇ ਸਵਾਲੀਆ ਨਿਸ਼ਾਨ ਨੇ ਅਜੇ ਬਹੁਤ ਵੱਡੇ ਪੱਧਰ ਦੇ। ਇਹ ਸੌਖੇ ਕੰਮ ਨਹੀਂ ਹੈ, ਐਡੀ ਜਲਦੀ ਸਮਝਦੇ, ਮਤਲਬ 4 ਸਾਲ ਦਾ ਵਿਗੜਿਆ ਹੋਇਆ ਢਾਂਚਾ ਤੇ ਤੁਸੀਂ ਇੱਕ ਕਮੇਟੀ ਬਣਾ ਕੇ ਸੁਧਾਰਨ ਦੀ ਗੱਲ ਕਰਦੇ ਹੋ, ਇਹ ਸੰਭਵ ਹੈ ਨਹੀਂ ਹੈ ਹੁਣ ਇੰਨੀ ਜਲਦੀ। ਜੀ ਹਮੀਰ ਜੀ, ਜੇਕਰ ਹੁਣ ਗੱਲ ਕਰੀਏ ਕਿਸਾਨ ਅੰਦੋਲਨ ਦੀ, ਤਾਂ ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ ਤੋਂ ਬਾਅਦ ਜਿਹੜਾ ਹੈਗਾ ਕਿਸਾਨ ਅੰਦੋਲਨ ਜਿਹੜਾ ਦੇਸ਼ ਭਰ ਦੇ ਵਿੱਚ ਫੈਲ ਚੁੱਕਿਆ। ਥਾਂ ਥਾਂ 'ਤੇ ਕਿਸਾਨ ਮਹਾਪੰਚਾਇਤਾਂ ਹੋ ਰਹੀਆਂ ਨੇ, ਕਿਸਾਨ ਸੰਸਦ ਹੋ ਰਹੀ ਹੈ, ਤੇ ਹੋਰ ਵੀ ਜਿਹੜਾ ਹੈਗਾ ਭਵਿੱਖ ਦੇ ਪ੍ਰੋਗਰਾਮ ਲਿਖੇ ਜਾ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਅੰਦੋਲਨ ਹੁਣ ਕਿਸ ਪੜਾਅ 'ਤੇ ਖੜਾ ਹੈ ਜਾਂ ਇਹ ਭਵਿੱਖ ਦੀ ਰਣਨੀਤੀ ਕੀ? ਇੱਕ ਤਾਂ ਇਹੀ ਹੈ ਕਿ ਅੰਦੋਲਨ ਨੂੰ ਸਾਲ ਹੋਣ ਦਾ, ਸਾਲ ਤਾਂ ਮਤਲਬ ਕਾਨੂੰਨ ਪਾਸ ਹੋਣ ਨੂੰ ਕੱਲ੍ਹ ਨੂੰ ਲਗਭਗ ਪੂਰਾ ਸਾਲ ਹੋ ਜਾਣਾ ਹੈ, ਤੇ ਉਹ ਸਾਲ ਉਸੇ ਤਰੀਕੇ ਨਾਲ ਚੱਲ ਰਿਹਾ। ਜੇ ਬੀਜੇਪੀ ਆਪਣੀ ਗੱਲ ਕਹਿ ਰਹੀ ਹੈ ਤੇ ਕਿਸਾਨ ਆਪਣੀ ਗੱਲ ਕਹਿ ਰਹੇ ਨੇ। ਔਰ ਇਹ ਗੱਲ ਮੁਜ਼ੱਫਰਨਗਰ ਵੱਡੀ ਮਹਾਰੈਲੀ ਮਹਾਪੰਚਾਇਤ ਤੋਂ ਬਾਅਦ, ਫਿਰ ਕਰਨਾਲ ਦੇ ਵਿੱਚ ਜਿਸ ਢੰਗ ਨਾਲ ਦਾ ਲੋਕਾਂ ਦਾ ਇੱਕ ਦਬਾਅ ਪਿਆ ਗੌਰਮੈਂਟ 'ਤੇ, ਉਹਦੇ ਤੋਂ ਬਾਅਦ ਕਿਤੇ ਨਾ ਕਿਤੇ ਨਜ਼ਰ ਆਉਂਦਾ ਕਿ ਉਹ ਹੁਣ ਅੰਦੋਲਨ ਬੜੇ ਵੱਡੇ ਪੱਧਰ 'ਤੇ ਫੈਲ ਰਿਹਾ। ਮੱਧ ਪ੍ਰਦੇਸ਼ ਤੋਂ ਲੈ ਕੇ ਵੱਖ-ਵੱਖ ਰਾਜਾਂ ਦੇ ਵਿੱਚ ਯਾਤਰਾਵਾਂ ਹੋ ਰਹੀਆਂ ਨੇ, ਜਾਗਰੂਕ ਯਾਤਰਾਵਾਂ। ਜੈਪੁਰ ਦੇ ਵਿੱਚ ਕੱਲ੍ਹ ਵੱਡੀ ਇੱਕ ਪਾਰਲੀਮੈਂਟ ਦੀ ਤਰ੍ਹਾਂ ਹੀ ਸਵਾਲ ਜਵਾਬ ਵਾਲਾ ਇੱਕ ਸੈਸ਼ਨ ਹੋਇਆ ਬੜੇ ਵੱਡੇ ਪੱਧਰ 'ਤੇ। ਪੰਜਾਬ ਤੋਂ ਵੀ ਆਗੂ ਗਏ ਦੇ ਵਿੱਚ, ਉਹਦੇ 'ਚ ਰਾਜੇਵਾਲ ਉਹਨੇ ਵੀ, ਹਰਿਆਣੇ ਤੋਂ ਚੜੂਨੀ ਉਹਨੇ ਵੀ, ਵੱਖ-ਵੱਖ ਲੋਕ ਗਏ ਸੀ ਉਸ ਸਾਰੇ ਮਾਮਲੇ ਦੇ ਵਿੱਚ। ਇਸ ਲਈ ਅੰਦੋਲਨ ਤਾਂ ਪੂਰੇ ਦੇਸ਼ ਪੱਧਰ ਦੇ ਉੱਤੇ ਫੈਲ ਰਿਹਾ। ਸ਼ਾਇਦ ਇਸੇ ਕਰਕੇ ਅਜੇ ਬੀਜੇਪੀ ਅੰਦੋਲਨ ਦੀ ਬਜਾਏ ਉੱਥੇ ਹਿੰਦੂ ਮੁਸਲਿਮ ਉਭਾਰਨਾ ਚਾਹੁੰਦੀ ਹੈ ਯੂਪੀ ਦੇ ਵਿੱਚ ਵੀ, ਕਿਉਂਕਿ ਅੰਦੋਲਨ ਨੇ ਇੱਕ ਨਾਅਰਾ ਦਿੱਤਾ, ਉਹ ਤੋੜਨਗੇ ਅਸੀਂ ਜੋੜਾਂਗੇ। ਔਰ ਤੋੜਨ ਦਾ ਕੰਮ, ਔਰ ਓਬੈਸੀ ਐਜ ਏ ਮੁਸਲਿਮ ਵਰਗ ਦੇ ਵਿੱਚ ਇੱਕ ਖੇਮਾਬੰਦੀ ਕਰ ਰਿਹਾ, ਤੇ ਬੀਜੇਪੀ ਜੋਗੀ ਜਿਹੜਾ ਕਰ ਰਿਹਾ, ਅੱਬਾ ਜਾਨ ਵਰਗੇ ਸਲੋਗਨ ਦੇ ਰਿਹਾ, ਤੇ ਉਹ ਹਿੰਦੂ ਨੂੰ ਵੋਟ ਮੈਟਰ ਨੂੰ, ਹਿੰਦੂ ਸੈਂਟੀਮੈਂਟ ਨੂੰ ਉਭਾਰਨ ਦੀ ਗੱਲ ਕਰਦਾ। ਇਹ ਡਿਬੇਟ ਵੀ ਇਸੇ ਢੰਗ ਨਾਲ ਚੱਲਿਆ, ਕਿਉਂਕਿ ਤੁਹਾਡੇ ਕੋਲ ਵਿਕਾਸ ਤੇ ਤੁਹਾਡੇ ਕੋਲ ਬਾਕੀ ਦੀਆਂ ਗੱਲਾਂ ਤੇ ਮੁੱਦਾ ਉਸ ਲੈਵਲ ਤੇ ਨਹੀਂ ਰਿਹਾ। ਤੇ ਕਾਊਂਟਰ ਹੈ ਇਹ ਕਿਸਾਨ ਅੰਦੋਲਨ ਜਿਹੜਾ ਕਾਊਂਟਰ ਕਰ ਰਿਹਾ ਸਰਕਾਰ ਦੀਆਂ ਹਿੰਦੂ ਤਵੀਆਂ ਪਾਲਿਸੀਆਂ ਨੂੰ। ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਵੀ, ਵੱਖ-ਵੱਖ ਥਾਵਾਂ ਦੇ ਵਿੱਚ ਵੀ, ਔਰ ਸਾਰੇ ਜਗ੍ਹਾ ਹੁਣ ਜਿਹੜਾ 27 ਸਤੰਬਰ ਨੂੰ ਇੱਕ ਭਾਰਤ ਬੰਦ ਦਾ ਸੱਦਾ ਦਿੱਤਾ, ਉਹਦੀ ਤਿਆਰੀ ਚੱਲ ਰਹੀ ਹੈ ਜੀ। ਔਰ ਵੱਖ-ਵੱਖ ਥਾਵਾਂ 'ਤੇ ਜਿਹੜੀ ਤਿਆਰੀ ਦਾ ਜਿਹੜਾ ਇਹਦਾ ਅਸਰ ਪੈਣਾ ਜ਼ਰੂਰ ਪਊਗਾ। ਜਿੱਡੇ ਵੱਡੇ ਪੱਧਰ 'ਤੇ ਬੰਦ ਹੋਏਗਾ, ਜਿੰਨਾ ਪ੍ਰਚਾਰ ਹੋ ਜਾਏਗਾ, ਜਿੰਨੇ ਲੋਕ ਨਾਲ ਉਹ ਗੱਲ ਕਰਨਗੇ, ਇਹ ਇਸ ਸਦੀ ਦਾ ਤੇ ਦੁਨੀਆ ਪੱਧਰ ਦੇ ਉੱਤੇ ਬਿਨਾਂ ਸ਼ਾਂਤਮਈ ਤਰੀਕੇ ਦਾ ਬੜਾ ਵੱਡਾ ਅੰਦੋਲਨ ਹੈ। ਉਹਦੇ 'ਚ ਕਮਜ਼ੋਰੀਆਂ ਵੀ ਨੇ, ਉਹਦੇ 'ਚ ਪਲੱਸ ਪੁਆਇੰਟ ਵੀ ਨੇ, ਪਰ ਅੰਦੋਲਨ ਆਪਣੀ ਚਾਲ ਚੱਲਦਾ ਜਾ ਰਿਹਾ। ਕੋਈ ਉਹਦੇ 'ਚ ਇਹ ਨਹੀਂ ਹੈ। ਲੀਡਰਾਂ ਦੀਆਂ ਵੀ ਜਿਹੜੀਆਂ ਕਮਜ਼ੋਰੀਆਂ ਵੱਖ-ਵੱਖ ਸਮਿਆਂ 'ਤੇ ਆਉਂਦੀਆਂ ਨੇ, ਉਹਨਾਂ ਨੂੰ ਦਰੁਸਤ ਕਰਨੀਆਂ ਪੈਂਦੀਆਂ ਨੇ। ਜੇ ਇੱਕ ਅੱਧਾ ਧੁਰਲੀ ਮਾਰ ਕੇ ਆਪੋ ਆਪਣੀ ਗੱਲ ਇੱਧਰ ਉੱਧਰਲੀ ਕਰਦਾ, ਉਹਨੂੰ ਵੀ ਵਾਪਸ ਆਉਣਾ ਪੈਂਦਾ। ਉਹ ਸਾਰੀਆਂ ਚੀਜ਼ਾਂ ਅਸਲ 'ਚ ਅੰਦੋਲਨ ਦੀ ਇੱਕ ਤਸੀਰ ਇਹੋ ਜਿਹੀ ਹੈ ਕਿ ਇਕੱਲਾ ਕਹਿਰਾ ਲੀਡਰ ਕੁਝ ਨਹੀਂ ਕਰ ਸਕਦਾ, ਔਰ ਲੀਡਰਾਂ ਨੂੰ ਵੀ ਅੰਦੋਲਨ ਦੀ ਧਾਰ ਦੇਖ ਕੇ ਉਸੇ ਤਰੀਕੇ ਨਾਲ ਚੱਲਣਾ ਪੈਂਦਾ। ਔਰ ਬਾਕੀ ਦੇ ਲੋਕ ਜਿਹੜੇ ਛੜੱਪੇ ਮਾਰਦੇ ਇੱਧਰ ਉੱਧਰਲੇ, ਉਹਨਾਂ ਨੂੰ ਵੀ ਮਤਲਬ ਫਿਰ ਉਸੇ ਸ਼ਰਨ 'ਚ ਹੀ ਅੰਦੋਲਨ ਦੀ 'ਚ ਆਉਣਾ ਪੈਂਦਾ। ਅੰਦੋਲਨ ਇੱਕ ਸਮੁੱਚੇ ਲੋਕਾਂ ਦੀ ਐਗਜ਼ਿਸਟੈਂਸ ਦਾ ਤੇ ਹੋਂਦ ਦੇ ਅੰਦੋਲਨ ਵਰਗਾ ਅੰਦੋਲਨ ਜਿਹੜਾ ਕਹਿ ਰਹੇ ਨੇ ਸ਼ੁਰੂ ਤੋਂ, ਉਹਦੇ 'ਚ ਬੜੀ ਜ਼ਿਆਦਾ ਇੱਕ ਮੈਚਿਓਰਿਟੀ ਵੀ ਹੈ, ਗੰਭੀਰਤਾ ਵੀ ਹੈ। ਨਹੀਂ ਤਾਂ ਐਡਾ ਲੰਮੇ ਅੰਦੋਲਨ ਚੱਲਣੇ ਤੇ ਉਹਨੂੰ ਪੀਸਫੁਲ ਰੱਖਣਾ ਤੇ ਉਸ ਅੰਦੋਲਨ ਨੇ ਦਾ ਦਬਾਅ ਲਗਾਤਾਰ ਕਾਇਮ ਰੱਖਣਾ, ਇਹ ਸੌਖੀਆਂ ਗੱਲਾਂ ਨਹੀਂ ਹੈ, ਨਾਰਮਲ ਗੱਲਾਂ ਨਹੀਂ ਹੈ। ਇਸ ਲਈ ਇਹ ਅੰਦੋਲਨ ਦਾ ਦਾਇਰਾ ਜਿਹੜਾ ਹੈ, ਛੋਟੀ ਮੋਟੀ ਇਕੱਲੀ ਪੋਲੀਟਿਕਸ ਤੋਂ, ਛੋਟੇ ਮੋਟੇ ਗਰੁੱਪਾਂ ਤੋਂ, ਛੋਟੀ ਮੋਟੀ ਸਾਡੀ ਜਿੰਨੇ ਕੁ ਨਜ਼ਰੀਏ ਸਾਡੀ ਲਿਆਕਤ ਹੁੰਦੀ ਆ ਉਹਦੇ ਤੋਂ, ਕਿਤੇ ਨਾ ਕਿਤੇ ਉਹਦਾ ਦਾਇਰਾ ਬੜਾ ਵੱਡਾ ਹੋ ਚੁੱਕਿਆ। ਤੇ ਉਸ ਦਾਇਰੇ ਨੂੰ ਸਮਝਦੇ ਹੋਏ ਉਹਦੀ ਦਰੁਸਤੀ ਕਰਨ ਦੇ ਲਈ ਹਰ ਇੱਕ ਦਾ ਸੁਝਾਅ, ਹਰ ਇੱਕ ਦੀ ਜਿਹੜੇ ਕੋਈ ਠੀਕ ਨੀਅਤ ਨਾਲ ਦਿੱਤੀਆਂ ਗਈਆਂ ਸਲਾਹਾਂ ਨੇ ਮੇਰੇ ਖਿਆਲ ਕੰਮ ਦਿੰਦੀਆਂ ਨੇ ਅੰਦੋਲਨ ਦੇ ਵਿੱਚ। ਔਰ ਭਵਿੱਖ ਇਸੇ ਗੱਲ ਨਾਲ ਜੁੜਿਆ, ਪੰਜਾਬ ਦਾ ਭਵਿੱਖ ਤਾਂ ਪੂਰੀ ਤਰ੍ਹਾਂ ਜੁੜਿਆ, ਦੇਸ਼ ਦਾ ਭਵਿੱਖ ਇਸ ਗੱਲ ਨਾਲ ਜੁੜਿਆ। ਅੰਦੋਲਨ ਜਿੱਤਦਾ ਕਿੰਨਾ, ਕਦੋਂ ਜਿੱਤਦਾ, ਕਦੋਂ ਸਹਿਮਤੀਆਂ ਹੁੰਦੀਆਂ ਨੇ, ਕਦੋਂ ਫੈਸਲੇ ਹੁੰਦੇ ਨੇ, ਇਹ ਗੱਲ ਭਵਿੱਖ ਦੀ ਉਹਦੇ 'ਤੇ ਨਿਰਭਰ ਕਰੇਗੀ ਕਿ ਮਹੀਨੇ 'ਚ ਹੁੰਦਾ, 10 ਦਿਨ 'ਚ ਹੁੰਦਾ, ਜਾਂ 6 ਮਹੀਨੇ ਚੱਲਦਾ, ਸਾਲ ਚੱਲਦਾ। ਇਹ ਅਗਲੇ ਸਵਾਲ ਜਿਹੜੇ ਨੇ ਇਤਿਹਾਸ ਮਤਲਬ ਭਵਿੱਖ ਦੇ ਗਰਭ ਦੇ ਵਿੱਚ ਨੇ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।